Hello guys, welcome to my channel IS Motivation. In today's video, I will share you some tips and tricks how to solve blanks in reading module. Fill in the blanks. So, ਇਹ ਜਨਰਲ ਮੋਡਿਊਲ ਦਾ ਬੁੱਕ 13 ਟੈਸਟ 3 ਦਾ ਸੈਕਸ਼ਨ 2 ਆ ਜਿਹਦੀਆਂ ਅਸੀਂ ਫਿਲਅਪ ਸੋਲਵ ਕਰਨੀਆਂ ਨੇ ਅੱਜ। ਸੋ ਸਟੂਡੈਂਟਸ ਤੁਹਾਨੂੰ ਮੈਂ ਇੱਕ ਚੀਜ਼ ਕਹਿਣੀ ਚਾਹੁੰਦੀ ਹਾਂ ਕਿ ਇੱਕ ਤਾਂ ਫਿਲਅਪਸ ਜੋ ਸੋਲਵ ਕਰਦੇ ਹਾਂ ਅਸੀਂ ਜੋ ਫਿਲਅਪ ਟਾਈਪ ਜਿਹੜੇ ਆ ਸਾਡੇ ਕੋਲ ਕੁਐਸ਼ਚਨਸ ਆਉਂਦੇ ਨੇ ਪੇਪਰ ਦੇ ਵਿੱਚ, ਇਹ ਸਭ ਤੋਂ ਈਜ਼ੀਐਸਟ ਹੁੰਦੇ ਨੇ ਕਿ ਸਭ ਤੋਂ ਈਜ਼ੀ ਨੇ ਅਤੇ ਮਾਰਕਸ ਅਚੀਵਿੰਗ ਨੇ। ਅਸੀਂ ਈਜ਼ਲੀ ਮਤਲਬ ਕਿ ਇਹਨਾਂ ਤੋਂ ਮਾਰਕਸ ਜਿਹੜੇ ਆ ਪੇਪਰ ਦੇ ਵਿੱਚ ਲੈ ਸਕਦੇ ਹਾਂ ਰੀਡਿੰਗ ਮੋਡਿਊਲ ਦੇ ਵਿੱਚ। ਸੋ ਇਹਨਾਂ ਦੇ ਵਿੱਚ ਕੁਛ ਜ਼ਿਆਦਾ ਵਰੀਡ ਕਰਨ ਦੀ ਲੋੜ ਨਹੀਂ ਹੁੰਦੀ। ਇਹਦੇ ਵਿੱਚ ਜਸਟ ਅਸੀਂ ਥੋੜ੍ਹੇ ਜਿਹੇ ਟਿਪਸ ਟ੍ਰਿਕਸ ਦੇ ਨਾਲ ਹੀ ਜੋ ਕੀ ਆ ਅਸੀਂ ਲੋਕੇਸ਼ਨ 'ਤੇ ਪਹੁੰਚ ਕੇ ਅਤੇ ਅਸੀਂ ਆਪਣਾ ਰਾਈਟ ਆਨਸਰ ਜਿਹੜਾ ਹੈ ਉਹ ਫਾਈਂਡ ਕਰ ਸਕਦੇ ਹਾਂ। ਸੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਇੱਥੇ ਮੈਂਸ਼ਨ ਕਰਨੀ ਚਾਹਾਂਗੀ ਕਿ ਅੱਜ ਕੱਲ੍ਹ ਦਾ ਟਰੈਂਡ ਦੇ ਵਿੱਚ ਪੇਪਰ ਆ ਰਿਹਾ ਹੈ ਆਈਲਟਸ ਦਾ ਜਨਰਲ ਮੋਡਿਊਲ ਦਾ ਐਜ਼ ਵੈਲ ਐਜ਼ ਅਕੈਡਮਿਕ ਮੋਡਿਊਲ ਦਾ। ਉਹਦੇ ਵਿੱਚ ਕੀ ਹੋ ਰਿਹਾ ਹੈ, ਕਾਫੀ ਜ਼ਿਆਦਾ ਫਿਲਅਪਸ ਆ ਰਹੀਆਂ ਨੇ। ਸਮ ਪੇਪਰਸ ਵਿੱਚ 15 to 20 ਫਿਲਅਪਸ ਹੁੰਦੀਆਂ ਨੇ, ਮਤਲਬ ਕਿ 15 ਤੋਂ 20 ਤੱਕ ਫਿਲਅਪਸ ਹੋ ਰਹੀਆਂ ਨੇ। ਮੀਨਸ ਕਿ ਅਗਰ ਤੁਸੀਂ ਫਿਲਅਪ ਚੰਗੀ ਤਰ੍ਹਾਂ ਅਟੈਂਪਟ ਕਰ ਲੈਂਦੇ ਹੋ ਤਾਂ ਤੁਹਾਡਾ 15-20 ਨੰਬਰ ਤੁਹਾਡੇ ਇੱਦਾਂ ਹੀ ਤੁਹਾਨੂੰ ਮਿਲ ਜਾਂਦੇ ਨੇ ਰੀਡਿੰਗ ਦੇ ਵਿੱਚ। ਮੀਨਸ ਕਿ ਤੁਸੀਂ ਈਜ਼ਲੀ ਅਚੀਵ ਕਰ ਸਕਦੇ ਹੋ ਅਤੇ ਬਾਕੀ ਤੁਸੀਂ 4-5 ਨੰਬਰ ਹੋਰ ਜਿਹੜੇ ਟਰੂ ਫੋਲਸ ਤੋਂ ਜਾਂ ਲਿਸਟ ਆਫ ਹੈਡਿੰਗ ਕਿਤੋਂ ਲੈ ਸਕਦੇ ਹੋ। ਐਟਲੀਸਟ ਅਗਰ ਤੁਸੀਂ 15 ਨੰਬਰ ਵੀ ਫਿਲਅਪਸ ਵਿੱਚੋਂ ਲੈ ਲੈਂਦੇ ਹੋ ਅਤੇ ਤੁਹਾਡੇ ਲਈ ਜਿਹੜਾ ਟੈਸਟ ਪਾਸ ਕਰਨਾ ਹੈ ਰੀਡਿੰਗ ਮੋਡਿਊਲ ਵਿੱਚੋਂ, ਜਿਵੇਂ ਜਨਰਲ ਮੋਡਿਊਲ ਵਾਲੇ ਸਮ ਸਟੂਡੈਂਟਸ ਨੂੰ ਕੀ ਆ 5 ਬੈਂਡ ਦੀ ਰਿਕੁਆਇਰਮੈਂਟ ਹੁੰਦੀ ਜਿਹਨਾਂ ਵਰਕ ਪਰਪਸ 'ਤੇ ਜਾਣਾ ਹੁੰਦਾ ਹੈ ਫੋਰਨ ਕੰਟਰੀਜ਼ ਵਿੱਚ। ਸੋ ਉਹਨਾਂ ਦੇ ਲਈ ਬੜਾ ਈਜ਼ੀ ਹੋ ਜਾਂਦਾ ਹੈ ਅਗਰ ਉਹ ਐਟਲੀਸਟ 15-16 ਨੰਬਰ ਇਹਨਾਂ ਫਿਲਅਪਸ ਦੇ ਵਿੱਚੋਂ ਲੈ ਲੈਂਦੇ ਨੇ ਤਾਂ ਉਹਨਾਂ ਲਈ ਬਹੁਤ ਈਜ਼ੀ ਹੋ ਜਾਂਦਾ ਹੈ ਨੈਕਸਟ ਹੋਰ 8 ਤੋਂ 10 ਨੰਬਰ ਲੈ ਕੇ ਅਤੇ 5-5.5 ਬੈਂਡ ਲੈਣੇ ਬੜੇ ਉਹਨਾਂ ਦੇ ਲਈ ਜਿਹੜੇ ਆ ਈਜ਼ੀ ਹੋ ਜਾਂਦੇ ਨੇ। ਸੋ ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਕਿ ਜੋ ਜਨਰਲ ਸਟੂਡੈਂਟਸ ਨੇ ਜਨਰਲ ਮੋਡਿਊਲ ਆਈਲਟਸ ਦੇ ਵਿੱਚ ਟੈਸਟ ਦੇਣਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਟਿਪ ਟ੍ਰਿਕ ਹੀ ਸਮਝ ਲਓ, ਇੱਕ ਐਡਵਾਈਸ ਹੀ ਆ ਕਿ ਤੁਹਾਨੂੰ ਮੈਂ ਕਹਿਣਾ ਚਾਹਾਂਗੀ ਕਿ ਤੁਸੀਂ ਪਹਿਲੇ ਦੋਨਾਂ ਪੈਸਿਸ 'ਤੇ ਫੋਕਸ ਕਰਨਾ ਹੈ, ਸੈਕਸ਼ਨ A ਐਂਡ ਸੈਕਸ਼ਨ B, ਸੈਕਸ਼ਨ 1-2। ਇਹ ਕੀ ਈਜ਼ੀ ਹੁੰਦੇ ਨੇ, ਇਹਨਾਂ ਦੀ ਲੈਂਗੁਏਜ ਈਜ਼ੀ ਹੁੰਦੀ ਆ ਜੋ ਅਸੀਂ ਈਜ਼ਲੀ ਜਿਹੜੀ ਆ ਅੰਡਰਸਟੈਂਡ ਕਰ ਲੈਂਦੇ ਹਾਂ। ਬਟ ਜੋ ਸਾਡੇ ਕੋਲ ਇੱਥੇ ਰੀਡਿੰਗ ਐਗਜ਼ਾਮ ਦੇ ਵਿੱਚ ਜਿਉ ਕਿ ਆਈਲਟਸ ਦੇ ਵਿੱਚ ਜੋ ਸਾਡੇ ਕੋਲ ਸੈਕਸ਼ਨ 3 ਹੁੰਦਾ ਉਹ ਟਫ ਹੁੰਦਾ ਹੈ, ਉਹਦੀ ਲੈਂਗੁਏਜ ਡਿਫੀਕਲਟ ਹੁੰਦੀ ਹੈ ਔਰ ਲੈਂਥੀ ਵੀ ਹੁੰਦਾ ਹੈ ਉਹ ਪੈਸਿਸ। ਉਹ ਸਮ ਸਟੂਡੈਂਟਸ ਲਈ ਸਮਝਣਾ ਕੀ ਆ ਟਫ ਹੋ ਜਾਂਦਾ ਵਾ। ਸੋ ਉਹਦੇ ਲਈ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਕਿ ਤੁਸੀਂ ਪਹਿਲੇ 2 ਪੈਸਿਸ 'ਤੇ ਫੋਕਸ ਕਰਕੇ ਹੀ ਤੁਸੀਂ ਵਧੀਆ ਤਰੀਕੇ ਨਾਲ 5-5.5 ਬੈਂਡ ਲੈ ਸਕਦੇ ਹੋ ਰੀਡਿੰਗ ਮੋਡਿਊਲ ਦੇ ਵਿੱਚੋਂ। ਔਰ ਇੱਕ ਗੱਲ ਹੈ ਕਿ ਸਾਡੇ ਕੋਲ 1 ਆਵਰ ਦਾ ਟਾਈਮ ਹੁੰਦਾ ਹੈ ਪੇਪਰ ਦੇ ਵਿੱਚ। 1 ਆਵਰ ਦੇ ਵਿੱਚ ਤਿੰਨੋਂ ਪੈਸਿਸ ਜਿਹੜੇ ਆ ਐਵਰੇਜ ਸਟੂਡੈਂਟਸ ਦੇ ਲਈ ਫੋਕਸ ਕਰਨਾ ਬੜਾ ਹੀ ਟਫ ਹੋ ਜਾਂਦਾ। ਇਸ ਲਈ ਅਗਰ ਉਹ ਦੋਨੋਂ ਪੈਸਿਸ 'ਤੇ ਸੈਕਸ਼ਨ 1 ਐਂਡ 2 'ਤੇ ਹੀ ਫੋਕਸ ਕਰਦੇ ਆ ਤਾਂ ਉਹ ਫਿਰ ਵੀ ਆਰਾਮ ਦੇ ਨਾਲ ਬੜੀ ਆਸਾਨੀ ਦੇ ਨਾਲ 5-5.5 ਬੈਂਡ ਲੈ ਸਕਦੇ ਨੇ, ਜਿੰਨਾ ਕਿ ਵਰਕ ਪਰਪਸ ਦੇ ਲਈ ਹੋਰ ਕੰਟਰੀਜ਼ ਵਿੱਚ ਮੂਵ ਔਨ ਕਰਨਾ ਹੈ। ਸੋ ਬਾਕੀ ਜਿਹੜਾ ਹੈ ਅਟੈਂਪਟ ਤੁਸੀਂ ਸਾਰਾ ਪੇਪਰ ਕਰਨਾ ਹੈ, ਲਾਸਟ 'ਤੇ ਤੁਸੀਂ ਗੈਸ ਵਰਕ ਲਗਾ ਦਿਓ, ਉਹਦੇ ਵਿੱਚੋਂ ਵੀ ਬਾਈ ਲੱਕ 507 ਨੰਬਰ ਸਮਟਾਈਮਸ ਮਿਲ ਹੀ ਜਾਂਦੇ ਨੇ। ਸੋ ਇਸ ਲਈ ਮੇਰੀ ਐਡਵਾਈਸ ਤੁਹਾਨੂੰ ਇਹੀ ਆ ਕਿ ਤੁਸੀਂ ਪਹਿਲੇ 2 ਸੈਕਸ਼ਨ ਜਿਹੜੇ ਕੋਸ਼ਿਸ਼ ਕਰਨੀ ਆ ਕਿ ਤੁਹਾਡੇ 26 ਕੁਐਸ਼ਚਨਸ ਹੁੰਦੇ ਨੇ ਸੈਕਸ਼ਨ 1 ਅਤੇ 2 ਮਿਲਾ ਕੇ, ਉਹਦੇ ਵਿੱਚੋਂ ਐਟਲੀਸਟ ਤੁਸੀਂ 20 ਤੋਂ 22 ਨੰਬਰ 'ਤੇ ਲਵੋ ਹੀ ਲਵੋ ਨਾ ਉਹਨਾਂ ਦੇ ਵਿੱਚੋਂ। ਅਤੇ ਲਾਸਟ ਤੁਸੀਂ ਜਿਹੜਾ ਸੈਕਸ਼ਨ ਹੈ ਅਗਰ ਉਹਦੇ ਵਿੱਚੋਂ ਇੱਦਾਂ ਹੀ ਤੁਸੀਂ ਬਾਏ ਗੈਸ ਵੀ ਆਨਸਰ ਲਗਾ ਦਿੰਦੇ ਹੋ ਅਤੇ ਤੁਹਾਨੂੰ 4 ਤੋਂ 5 ਨੰਬਰ ਤੁਹਾਡੇ ਆ ਸਕਦੇ ਆ। ਮਤਲਬ ਕਿ ਤੁਸੀਂ ਈਜ਼ਲੀ ਜਿਹੜੇ ਆ 5-5.5 ਬੈਂਡ ਜਿਹੜੇ ਆ ਲੈ ਸਕਦੇ ਹੋ। ਇੱਕ ਮੈਂ ਹੋਰ ਦੱਸਣਾ ਚਾਹਾਂਗੀ ਇੱਥੇ ਜਨਰਲ ਸਟੂਡੈਂਟਸ ਨੂੰ ਸਭ ਨੂੰ ਪਤਾ ਨਹੀਂ ਹੁੰਦਾ ਕਿ 5 ਬੈਂਡ ਕਿੰਨੇ ਨੰਬਰ 'ਤੇ ਬਣਦੇ, ਉਹਨਾਂ ਨੂੰ ਮੈਂ ਦੱਸਣਾ ਚਾਹਾਂਗੀ ਕਿ ਅਗਰ ਤੁਸੀਂ 23 ਮਾਰਕਸ ਜਿਹੜੇ ਉਹ ਲੈਂਦੇ ਹੋ ਰੀਡਿੰਗ ਮੋਡਿਊਲ ਦੇ ਵਿੱਚੋਂ ਫਿਰ ਤੁਹਾਡੇ 5 ਬੈਂਡ ਜਿਹੜੇ ਆ ਤੁਸੀਂ ਐਲੀਜੀਬਲ ਹੁੰਦੇ ਹੋ 5 ਬੈਂਡ ਦੇ ਲਈ। ਇੱਦਾਂ ਹੀ ਲਿਸਨਿੰਗ ਮੋਡਿਊਲ ਦੇ ਵਿੱਚ ਅਗਰ ਤੁਸੀਂ 23 ਮਾਰਕਸ ਜਿਹੜੇ ਅਚੀਵ ਕਰਦੇ ਹੋ ਦੈਨ ਤੁਸੀਂ 5 ਬੈਂਡ ਲਈ ਐਲੀਜੀਬਲ ਹੋ। ਸੋ ਹੁਣ ਅਸੀਂ ਗੱਲ ਕਰਦੇ ਹਾਂ ਫਿਲਅਪਸ 'ਤੇ ਕਿ ਕਿਵੇਂ ਅਸੀਂ ਫਿਲਅਪ ਸੋਲਵ ਕਰਨੀਆਂ ਹੁੰਦੀਆਂ ਹੈ। ਇਹ ਸਟੂਡੈਂਟਸ ਕੈਂਬਰਿਜ ਜਨਰਲ ਆਇਲਸ ਦੀ ਬੁੱਕ ਆ, ਬੁੱਕ 13 ਆ ਅਤੇ ਟੈਸਟ 3 ਦਾ ਸੈਕਸ਼ਨ 2 ਆ। ਇੰਪਲੋਈਜ਼ ਹੈਲਥ ਐਂਡ ਸੇਫਟੀ ਰਿਸਪੋਂਸੀਬਿਲਿਟੀਜ਼।
ਸੋ ਸਭ ਤੋਂ ਪਹਿਲਾਂ ਕੀ ਕਰਨਾ ਹੁੰਦਾ ਹੈ, ਸਭ ਤੋਂ ਪਹਿਲਾਂ ਸਟੂਡੈਂਟਸ ਕੀ ਕਰਨਾ ਹੁੰਦਾ ਹੈ ਕਿ ਚੂਜ਼ ਵਨ ਵਰਡ ਓਨਲੀ ਫਰੋਮ ਦਾ ਟੈਕਸਟ ਫॉर ਈਚ ਆਨਸਰ। ਕਿ ਸਭ ਤੋਂ ਪਹਿਲਾਂ ਅਸੀਂ ਇੰਸਟਰਕਸ਼ਨਸ ਫੋਲੋ ਕਰਨੀਆਂ ਹੁੰਦੀਆਂ ਨੇ ਕਿ ਇੰਸਟਰਕਸ਼ਨਸ ਵਿੱਚ ਕੀ ਲਿਖਿਆ, 1 ਵਰਡ ਫਿਲ ਕਰੋ, 2 ਵਰਡ ਫਿਲ ਕਰੋ। ਨੋਰਮਲ ਤੌਰ 'ਤੇ ਅੱਜ ਕੱਲ੍ਹ ਜੋ ਆਇਲਸ ਦੇ ਪੇਪਰ ਆ ਰਹੇ ਨੇ ਉਹਦੇ ਵਿੱਚ 1 ਵਰਡ ਵਾਲੀਆਂ ਫਿਲਅਪਸ ਹੀ ਆ ਰਹੀਆਂ ਨੇ, ਜੋ ਕਿ ਕਰਨੀਆਂ ਬਹੁਤ ਹੀ ਜ਼ਿਆਦਾ ਆਸਾਨ ਹੁੰਦੀਆਂ ਨੇ। ਸੋ ਸਭ ਤੋਂ ਪਹਿਲਾਂ ਅਸੀਂ ਇੰਸਟਰਕਸ਼ਨਸ ਰੀਡ ਕਰਨੀਆਂ ਹੁੰਦੀਆਂ ਨੇ, ਦੈਨ ਅਸੀਂ ਉਹਦਾ ਟਾਈਟਲ ਪੜ੍ਹਨਾ ਕੀ ਆ, ਹੈਲਥ ਐਂਡ ਸੇਫਟੀ ਐਟ ਵਰਕ। ਸੋ ਇੰਪਲੋਇਜ਼ ਰਾਈਟਸ ਦੀ ਗੱਲ ਹੋ ਰਹੀ ਹੈ, ਅਸੀਂ ਇੰਪਲੋਏ ਰਾਈਟਸ ਵਿੱਚ ਜਾ ਕੇ ਲੋਕੇਸ਼ਨ ਫਾਈਂਡ ਆਊਟ ਕਰਨੀ ਆ। ਔਰ ਤੁਸੀਂ ਉੱਥੇ ਧਿਆਨ ਰੱਖਣਾ ਹੈ ਕਿ ਤੁਸੀਂ ਬਿਲਕੁਲ ਇੱਕ ਤਾਂ ਫਸਟਲੀ ਇੱਕ ਹੋਰ ਤੈਨੂੰ ਮੈਂ ਦੱਸਣਾ ਚਾਹਾਂਗੀ ਕਿ ਤੁਸੀਂ ਸਾਰੇ ਆਨਸਰ ਕੈਪੀਟਲ ਲੈਟਰਸ ਦੇ ਵਿੱਚ ਲਿਖਣੇ ਆ, ਕਿਉਂਕਿ ਜਿਹੜੀ ਤੁਹਾਡੀ ਰੀਡਿੰਗ ਆ ਅਤੇ ਲਿਸਨਿੰਗ ਆ ਇਹ ਕੰਪਿਊਟਰਾਈਜ਼ ਚੈੱਕ ਹੁੰਦੀ ਆ। ਇਹਦੇ ਵਿੱਚ ਤੁਸੀਂ ਅਗਰ ਤੁਹਾਡੀ ਹੈਂਡ ਰਾਈਟਿੰਗ ਸਮਝ ਨਹੀਂ ਆ ਰਹੀ, ਚੈੱਕ ਨਹੀਂ ਹੋ ਪਾ ਰਹੀ, ਅਤੇ ਤੁਸੀਂ ਜਿਹੜੇ ਮਾਰਕਸ ਨਹੀਂ ਤੁਹਾਨੂੰ ਮਿਲਣਗੇ। ਇਸ ਲਈ ਤੁਸੀਂ ਕੀ ਆ ਕੈਪੀਟਲ ਲੈਟਰਸ ਦੇ ਵਿੱਚ ਕਲੀਅਰ ਆਨਸਰ ਲਿਖਣੇ ਆਪਣੇ, ਔਰ ਆਨਸਰ ਅੱਪਰ ਔਰ ਲੋਅਰ ਲਾਈਨ ਦੇ ਨਾਲ ਟੱਚ ਨਹੀਂ ਹੋਣੀ ਚਾਹੀਦੀ, ਸੈਂਟਰ 'ਚ ਲਿਖਣ ਦੀ ਕੋਸ਼ਿਸ਼ ਕਰਨੀ ਆ ਤਾਂ ਕਿ ਕੰਪਿਊਟਰ ਰਾਹੀਂ ਈਜ਼ਲੀ ਚੈੱਕ ਹੋ ਸਕਣ। ਹੋਰ ਚੀਜ਼ ਸਟੂਡੈਂਟਸ ਮੈਂ ਤੁਹਾਨੂੰ ਹੁਣ ਦੱਸਣੀ ਚਾਹਾਂਗੀ ਕਿ ਸਭ ਤੋਂ ਪਹਿਲਾਂ ਕੀ ਆ ਤੁਸੀਂ ਕੀਵਰਡਸ ਅੰਡਰਲਾਈਨ ਕਰ ਲੈਣੇ ਆ ਕਿ ਕਿਹੜੇ ਕੀਵਰਡਸ ਨੂੰ ਅਸੀਂ ਫੋਲੋ ਕਰਨਾ ਹੈ ਅਤੇ ਅਸੀਂ ਪੈਸਿਜ ਦੀ ਲੋਕੇਸ਼ਨ ਦੇ ਵਿੱਚ ਆਨਸਰ ਤੱਕ ਜਾਣਾ ਹੈ। ਸੋ ਇਹ ਇੰਪਲੋਇਜ਼ ਰਾਈਟਸ ਵਿੱਚ ਅਸੀਂ ਜਾਣਾ ਹੈ। ਔਰ ਇੱਕ ਚੀਜ਼ ਹੋਰ ਸਟੂਡੈਂਟਸ, ਤੁਸੀਂ ਜਿਵੇਂ 50 ਨੰਬਰ ਹੈ ਅਤੇ ਜਦੋਂ ਤੁਹਾਨੂੰ 50 ਨੰਬਰ ਦਾ ਆਨਸਰ ਮਿਲ ਗਿਆ ਉਸੇ ਟਾਈਮ ਆਪਣੀ ਆਨਸਰ ਸ਼ੀਟ 'ਤੇ ਤੁਸੀਂ ਟ੍ਰਾਂਸਫਰ ਕਰਨਾ ਹੈ। ਸਮਟਾਈਮ ਸਾਰੇ ਆਨਸਰ ਜਿਹੜੇ ਆ ਰੀਡਿੰਗ ਦੇ ਸਟੂਡੈਂਟਸ ਇਹ ਜੋ ਤੁਹਾਨੂੰ ਬੁੱਕਲੈਟ ਮਿਲਿਆ ਹੁੰਦਾ ਉਹਦੇ ਉੱਪਰ ਲਿਖਦੇ ਰਹਿੰਦੇ ਆ, ਇਹਦੇ ਨਾਲ ਬੜਾ ਟਾਈਮ ਵੇਸਟ ਹੁੰਦਾ ਹੈ। ਤੁਸੀਂ ਡਾਇਰੈਕਟ ਆਨਸਰ ਜਿਹੜੇ ਆ ਟ੍ਰਾਂਸਫਰ ਕਰਨੇ ਨੇ ਆਨਸਰ ਸ਼ੀਟ ਦੇ ਉੱਪਰ ਇਨ ਕੇਸ ਆਫ ਰੀਡਿੰਗ। ਔਰ ਇਨ ਕੇਸ ਆਫ ਲਿਸਨਿੰਗ ਕੀ ਆ ਤੁਸੀਂ ਬੁੱਕਲੈਟ 'ਤੇ ਟ੍ਰਾਂਸਫਰ ਕਰ ਸਕਦੇ ਹੋ, ਕਿਉਂਕਿ ਉਹਦੇ ਵਿੱਚ ਤੁਹਾਨੂੰ 10 ਮਿੰਟਸ ਐਕਸਟਰਾ ਮਿਲਣੇ ਨੇ ਬਾਅਦ ਵਿੱਚ ਆਪਣੇ ਆਨਸਰ ਟ੍ਰਾਂਸਫਰ ਕਰਨ ਦੇ ਲਈ ਬੁੱਕਲੈਟ ਦੇ ਆਨਸਰ ਸ਼ੀਟ ਦੇ ਉੱਪਰ। ਪਰ ਰੀਡਿੰਗ ਮੋਡਿਊਲ ਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੋਣਾ। ਰੀਡਿੰਗ ਮੋਡਿਊਲ ਦੇ ਵਿੱਚ ਤੁਸੀਂ ਆਪਣੇ ਆਨਸਰ ਨਾਲ ਹੀ ਜਿੱਦਾਂ ਤੁਹਾਨੂੰ 15 ਬਲੈਂਕ ਦਾ ਆਨਸਰ ਮਿਲ ਗਿਆ ਨਾਲ ਤੁਸੀਂ ਆਪਣੇ ਆਨਸਰ ਸ਼ੀਟ ਦੇ ਉੱਪਰ ਟ੍ਰਾਂਸਫਰ ਕਰ ਦੇਣਾ ਹੈ ਤਾਂ ਕਿ ਤੁਹਾਡਾ ਟਾਈਮ ਸੇਵ ਰਹੇ। ਇਹਦੇ ਵਿੱਚ ਤੁਹਾਨੂੰ ਕੋਈ ਐਕਸਟਰਾ ਟਾਈਮ ਨਹੀਂ ਮਿਲਣਾ ਰੀਡਿੰਗ ਆਨਸਰ ਟ੍ਰਾਂਸਫਰ ਕਰਨ ਦੇ ਲਈ, ਇਸ ਲਈ ਤੁਸੀਂ ਨਾਲ ਹੀ ਆਪਣੇ ਆਨਸਰ ਟ੍ਰਾਂਸਫਰ ਕਰਨੇ ਨੇ। ਔਰ ਨੰਬਰਿੰਗ ਦਾ ਧਿਆਨ ਰੱਖਣਾ ਹੈ ਕਿ 15 ਬਲੈਂਕ ਦੇ ਵਿੱਚ 15 ਬਲੈਂਕ ਵਾਲਾ ਹੀ ਆਨਸਰ ਲਿਖੋ। ਅਗਰ ਇੱਕ ਵੀ ਆਨਸਰ ਤੁਹਾਡਾ ਉੱਪਰ ਥੱਲੇ ਹੋ ਗਿਆ ਤਾਂ ਤੁਹਾਡੇ ਸਾਰੇ ਰੀਡਿੰਗ ਦੇ ਮਾਰਕਸ ਗਏ। ਸੋ ਇਸ ਲਈ ਬੀ ਕੇਅਰਫੁਲ ਇਨ ਐਗਜ਼ਾਮ। ਸੋ ਅਸੀਂ 15 ਬਲੈਂਕ ਨੂੰ ਸੋਲਵ ਕਰਦੇ ਹਾਂ ਹੁਣ। ਇੰਪਲੋਈਜ਼ ਰਾਈਟਸ ਆਰ ਐਸਟੈਬਲਿਸ਼ਡ ਬਾਈ ਡੈਸ਼ ਐਂਡ ਇਨਕਲੂਡ ਦੀ ਫੋਲੋਇੰਗ। ਕਹਿੰਦੇ ਨੇ ਜਿਹੜੇ ਇੰਪਲੋਈਜ਼ ਰਾਈਟਸ ਹੁੰਦੇ ਨੇ ਉਹਨਾਂ ਦੇ ਅਧਿਕਾਰ ਹੁੰਦੇ ਨੇ ਉਹ ਐਸਟੈਬਲਿਸ਼ਡ ਕੀਤੇ ਜਾਂਦੇ ਨੇ ਕਿਹਦੇ ਬਾਏ, ਮਤਲਬ ਕੌਣ ਐਸਟੈਬਲਿਸ਼ਡ ਕਰਦੇ ਨੇ, ਕਿਵੇਂ ਐਸਟੈਬਲਿਸ਼ ਕੀਤੇ ਜਾਂਦੇ ਨੇ, ਕਿਹਦੇ ਦੁਆਰਾ, ਐਂਡ ਇਨਕਲੂਡ ਦਾ ਫੋਲੋਇੰਗ ਕਿ ਉਹਦੇ ਵਿੱਚ ਇਹ ਚੀਜ਼ਾਂ ਇਨਕਲੂਡ ਹੁੰਦੀਆਂ। ਨੀਚੇ ਜਿਹੜੇ ਪੁਆਇੰਟ ਦਿੱਤੇ ਨੇ ਇਹ ਰਾਈਟਸ ਦੇ ਵਿੱਚ ਇਨਕਲੂਡ ਹੁੰਦੇ ਨੇ। ਸੋ ਅਸੀਂ ਹੁਣ ਲੋਕੇਸ਼ਨ ਫਾਈਂਡ ਆਊਟ ਕਰਦੇ ਹਾਂ। ਸਟਾਰਟਿੰਗ ਤੋਂ ਪੜ੍ਹਨਾ ਸਟਾਰਟ ਕਰਦੇ ਹਾਂ ਕਿਉਂਕਿ ਫਸਟ ਬਲੈਂਕ ਹੀ ਆ ਸੈਕਸ਼ਨ ਦੀ। As an employee, you have rights and you have responsibilities for your own well-being and that of your colleagues. The article explain what these responsibilities are and how you can meet them. ਇਹਦੇ ਵਿੱਚ ਦੱਸਿਆ ਹੈ ਕਿ ਐਜ਼ ਐਨ ਇੰਪਲੋਏ ਤੁਹਾਨੂੰ ਪਤਾ ਹੋਣਾ ਚਾਹੀਦਾ ਨੇ ਕਿ ਤੁਹਾਡੇ ਕੋਲ ਕਿਹੜੇ ਰਾਈਟਸ ਨੇ ਐਂਡ ਕਿਹੜੀਆਂ ਰਿਸਪੋਂਸੀਬਿਲਿਟੀਜ਼ ਨੇ, ਠੀਕ ਹੈ, ਜਿਹੜੀ ਤੁਸੀਂ ਫੋਲੋ ਕਰਨੀਆਂ ਨੇ ਆਪਣੇ, ਅਤੇ ਤੁਹਾਡੇ ਕੋਲੀਗਸ ਨੇ ਵੀ ਫੋਲੋ ਕਰਨੀਆਂ, ਕੋਲੀਗਸ ਦੇ ਨਾਲ ਫੋਲੋ ਕਰਨੀਆਂ ਹੈ, ਠੀਕ ਹੈ। ਕਹਿ ਰਿਹਾ ਕਿ ਇਹ ਆਰਟੀਕਲ ਜਿਹੜਾ ਐਕਸਪਲੇਨ ਕਰੇਗਾ, ਠੀਕ ਹੈ, ਇਹ ਰਿਸਪੋਂਸੀਬਿਲਿਟੀਜ਼ ਕਿ ਕਿਹੜੀਆਂ ਰਿਸਪੋਂਸੀਬਿਲਿਟੀਜ਼ ਨੇ ਅਤੇ ਕਿੱਦਾਂ ਜਿਹੜੀਆਂ ਵਾ ਤੁਹਾਨੂੰ ਮਿਲਦੀਆਂ ਨੇ ਜਾਂ ਤੁਸੀਂ ਕਿੱਦਾਂ ਪੂਰੀਆਂ ਕਰ ਸਕਦੇ ਹੋ। ਨਾਓ ਯੂਅਰ ਰਾਈਟਸ, ਇੱਥੇ ਵੀ ਕੀ ਸੀ ਇੰਪਲੋਈ ਰਾਈਟਸ। ਸੋ ਹੁਣ ਰਾਈਟਸ ਦੇ ਵਿੱਚ ਅਸੀਂ ਆਪਣੀ ਲੋਕੇਸ਼ਨ ਫਾਈਂਡ ਆਊਟ ਕਰਨੀ ਆ। ਯੂਅਰ ਰਾਈਟਸ ਐਜ਼ ਐਨ ਇੰਪਲੋਈ, ਕਹਿੰਦੇ ਤੁਹਾਡੀ ਰਾਈਟ ਇੱਕ ਇੰਪਲੋਈ ਦੀ ਤਰ੍ਹਾਂ ਟੂ ਵਰਕ ਇਨ ਅ ਸੇਫ ਐਂਡ ਹੈਲਦੀ ਇਨਵਾਇਰਮੈਂਟ, ਇੱਕ ਵਰਕ ਕਰਨਾ ਸੇਫ ਅਤੇ ਹੈਲਦੀ ਇਨਵਾਇਰਮੈਂਟ ਦੇ ਵਿੱਚ, ਆਰ ਸੈਟ ਡਾਊਨ ਇਨ ਲਾਅ, ਕਿਹਦੇ ਦੁਆਰਾ ਸੈਟ ਡਾਊਨ ਕੀਤੇ ਜਾਂਦੇ ਨੇ, ਸੈਟ ਡਾਊਨ ਇਨ ਲਾਅ ਵੱਲੋਂ ਕਿ ਨਿਯਮ ਦੇ ਤੌਰ 'ਤੇ ਸੈਟ ਡਾਊਨ ਕੀਤੇ ਜਾਂਦੇ ਨੇ। ਐਂਡ ਜਨਰਲੀ ਕਾਂਟ ਬੀ ਚੇਂਜਡ ਔਰ ਰਿਮੂਵਡ ਬਾਈ ਯੂਅਰ ਐਮਪਲੋਇਰ, ਕਹਿੰਦੇ ਨੇ ਇਹ ਕਾਂਟ ਬੀ, ਇਸ ਚੀਜ਼ ਦਾ ਧਿਆਨ ਰੱਖਣਾ ਹੈ, ਕੈਨ ਨੋਟ ਬੀ ਚੇਂਜਡ, ਇਹ ਚੇਂਜ ਨਹੀਂ ਕੀਤੇ ਜਾ ਸਕਦੇ, ਔਰ ਰਿਮੂਵਡ ਨਹੀਂ ਕੀਤੇ ਜਾ ਸਕਦੇ ਬਾਈ ਯੂਅਰ ਐਮਪਲੋਇਰ, ਤੁਹਾਡਾ ਐਮਪਲੋਇਰ ਕੁਛ ਨਹੀਂ ਕਰ ਸਕਦਾ, ਨਾ ਹੀ ਉਹ ਇਹ ਜਿਹੜੇ ਰਾਈਟਸ ਨੇ ਆ ਉਹਨਾਂ ਨੂੰ ਚੇਂਜ ਕਰ ਸਕਦਾ ਹੈ ਅਤੇ ਨਾ ਹੀ ਰਿਮੂਵ ਕਰ ਸਕਦਾ ਹੈ। ਸੋ ਇਹ ਕਿਵੇਂ ਸੈੱਟ ਕੀਤੇ ਜਾਂਦੇ ਨੇ, ਫਿਰ ਕੌਣ ਇਸਟੈਬਲਿਸ਼ ਕਰਦਾ ਹੈ, ਲਾਅ ਦੇ ਤੌਰ 'ਤੇ, ਨਿਯਮ ਦੇ ਤੌਰ 'ਤੇ ਇਸਟੈਬਲਿਸ਼ ਕੀਤੇ ਜਾਂਦੇ ਨੇ। ਸੋ ਤੁਹਾਡਾ ਆਨਸਰ ਇੱਥੇ ਕੀ ਹੋਏਗਾ, ਲਾਅ, LAW, ਇੱਥੇ ਤੁਹਾਡਾ ਲਾਅ ਆਨਸਰ ਆਏਗਾ, ਆਰ ਇਸਟੈਬਲਿਸ਼ਡ ਬਾਈ ਲਾਅ ਐਂਡ ਇਨਕਲੂਡ ਦਾ ਫੋਲੋਇੰਗ।
ਹੁਣ ਦੇਖੋ ਇਨਕਲੂਡ ਦ ਫੋਲੋਇੰਗ ਇੱਥੇ ਵੀ ਹੀ ਕਿ ਰਾਈਟ ਆਰ ਦ ਮੋਸਟ ਇੰਪੋਰਟੈਂਟ ਆਫ ਦੀਜ਼ ਰਾਈਟਸ ਆਰ ਕਿ ਨੀਚੇ ਦਿੱਤੇ ਗਏ ਨੇ। ਇਸ ਚੀਜ਼ ਤੋਂ ਵੀ ਤੁਹਾਨੂੰ ਕਲੀਅਰ ਹੋ ਜਾਣਾ ਸੀ ਕਿ ਤੁਹਾਡਾ ਆਨਸਰ ਇਹ ਤਿੰਨਾਂ ਲਾਈਨਾਂ ਦੇ ਵਿੱਚ ਹੀ ਆ ਕਿ ਨੀਚੇ ਰਾਈਟਸ ਦਿੱਤੇ ਨੇ, ਇੱਥੇ ਵੀ ਨੀਚੇ ਪੁਆਇੰਟਸ ਦਿੱਤੇ ਹੀ ਅਤੇ ਪੁਆਇੰਟ ਤੋਂ ਪਹਿਲਾਂ ਵਾਲੀ ਲਾਈਨਸ ਦੇ ਵਿੱਚ ਸਾਨੂੰ ਆਨਸਰ ਮਿਲ ਗਿਆ ਹੈ। ਹੁਣ ਅਸੀਂ ਮੂਵ ਔਨ ਕਰਦੇ ਹਾਂ ਬਲੈਂਕ ਨੰਬਰ 16। ਉਹਦੇ ਵਿੱਚ ਪਹਿਲਾ ਰਾਈਟ ਜਿਹੜਾ ਦਿੱਤਾ ਉਹਦੇ ਵਿੱਚ ਤੁਹਾਨੂੰ ਕੋਈ ਬਲੈਂਕ ਨਹੀਂ ਹੈ, ਲੇਕਿਨ ਅਸੀਂ ਜਸਟ ਲੋਕੇਸ਼ਨ ਦੇ ਤੌਰ 'ਤੇ ਉਹਨੂੰ ਜਿਹੜਾ ਰੀਡ ਕਰ ਲੈਣਾ। ਇੰਪਲੋਏ ਸ਼ੁੱਡ ਮੈਨੇਜ ਐਂਡ ਪੋਟੈਂਸ਼ੀਅਲ ਡੇਂਜਰਸ ਟੂ ਦੇਅਰ ਸਟਾਫਸ ਹੈਲਥ ਐਂਡ ਸੇਫਟੀ। ਕਹਿੰਦੇ ਕਿ ਜਿਹੜੇ ਇੰਪਲੋਇਰਸ ਨੇ ਸ਼ੁੱਡ ਮੈਨੇਜ ਕਿ ਉਹਨਾਂ ਨੂੰ ਮੈਨੇਜ ਕਰਨਾ ਚਾਹੀਦਾ ਹੈ ਐਂਡ ਪੋਟੈਂਸ਼ੀਅਲ ਡੇਂਜਰਸ ਟੂ ਦੇ ਸਟਾਫਸ ਐਂਡ ਹੈਲਥ ਸੇਫਟੀ ਦੇ ਰਿਗਾਰਡਿੰਗ ਕਿ ਕੀ ਉਹਨਾਂ ਨੂੰ ਕਰਨਾ ਚਾਹੀਦਾ ਹੈ। ਨੈਕਸਟ ਆ ਹੁਣ ਇਹਦੀ ਫਿਲਅਪ ਦੀ ਲੋਕੇਸ਼ਨ 'ਤੇ ਅਸੀਂ ਜਾਣਾ ਵਾ। ਐਨੀ ਡੈਸ਼ ਨੀਡਡ ਫॉर ਇੰਪਲੋਈਜ਼ ਟੂ ਵਰਕ ਸੇਫਟੀ ਸ਼ੁੱਡ ਬੀ ਫ੍ਰੀ। ਕਹਿੰਦੇ ਐਨੀ ਕੁਛ ਵੀ ਨੀਡਡ ਜੋ ਜ਼ਰੂਰਤ ਆ ਇੰਪਲੋਈਜ਼ ਨੂੰ ਟੂ ਵਰਕ ਸੇਫਲੀ ਸ਼ੁੱਡ ਬੀ ਫ੍ਰੀ। ਜੋ ਵੀ ਇੰਪਲੋਈਜ਼ ਨੂੰ ਚਾਹੀਦਾ ਹੈ ਸੇਫ ਵਰਕ ਕਰਨ ਦੇ ਲਈ ਉਹ ਫ੍ਰੀ ਹੋਣਾ ਚਾਹੀਦਾ ਹੈ। ਸ਼ੁੱਡ ਬੀ ਫ੍ਰੀ ਮਤਲਬ ਫ੍ਰੀ ਹੋਣਾ ਚਾਹੀਦਾ ਹੈ। ਸੋ ਅਸੀਂ ਲੋਕੇਸ਼ਨ 'ਤੇ ਜਾਂਦੇ ਹਾਂ ਅਤੇ ਦੇਖਦੇ ਹਾਂ ਕੀ ਆਨਸਰ ਹੋਏਗਾ। ਦੇਖੋ ਜਿਹੜਾ ਫਸਟ ਇਹਦੇ ਵਿੱਚ ਪੁਆਇੰਟ ਲਿਖਿਆ ਨਾ ਐਜ਼ ਫਾਰ ਇਜ਼ ਪੋਸੀਬਲ ਟੂ ਹੈਵ ਐਨੀ ਹੈਜ਼ਰਡਸ ਟੂ ਯੂਅਰ ਹੈਲਥ ਐਂਡ ਸੇਫਟੀ ਪ੍ਰੋਪਰਲੀ ਕੰਟਰੋਲਡ। ਇਹ ਚੀਜ਼ ਉੱਤੇ ਪਹਿਲਾ ਪੁਆਇੰਟ ਮੈਂਸ਼ਨ ਕਰਤਾ, ਉਹਦੇ ਵਿੱਚ ਸਾਡੀ ਕੋਈ ਫਿਲਅਪ ਨਹੀਂ ਹੈਗੀ। ਅਸੀਂ ਸੈਕਿੰਡ ਪੁਆਇੰਟ ਹੁਣ ਰੀਡ ਆਊਟ ਕਰਨਾ ਹੈ। ਟੂ ਬੀ ਗਿਵਨ ਐਨੀ ਪਰਸਨਲ ਪ੍ਰੋਟੈਕਟਿਵ ਐਂਡ ਸੇਫਟੀ ਇਕੁਇਪਮੈਂਟ ਵਿਦਾਊਟ ਬੀਂਗ ਚਾਰਜਡ ਫੋਰ ਇਟ। ਦੇਖੋ ਇੱਥੇ ਸਾਡੀ ਲੋਕੇਸ਼ਨ ਮਿਲ ਗਈ ਆ ਵਿਦਾਊਟ ਬੀਂਗ ਚਾਰਜਡ ਫੋਰ ਇਟ, ਐਨੀ ਵੀ ਮਿਲ ਗਿਆ ਸਾਨੂੰ ਇੱਥੇ। ਸੋ ਇਸ ਤਰੀਕੇ ਨਾਲ ਅਸੀਂ ਕੀ ਹੈ ਇਸ ਵੇ ਦੇ ਨਾਲ ਅਸੀਂ ਮੈਂਸ਼ਨ ਕਰ ਲੈਣਾ, ਆਪਣੇ ਮੈਚ ਕਰ ਲੈਣੇ ਨੇ ਕਿ ਕੀਵਰਡ ਸਾਡੇ ਮੈਚ ਹੋ ਰਹੇ ਨੇ ਕਿ ਸਾਡੀ ਐਗਜ਼ੈਕਟ ਲੋਕੇਸ਼ਨ ਇਹੀ ਆ ਜਿੱਥੋਂ ਅਸੀਂ ਫਿਲਅਪ ਦਾ ਆਨਸਰ ਫਾਈਂਡ ਆਊਟ ਕਰਨਾ ਹੈ। ਉਸ ਤੋਂ ਬਾਅਦ ਅਸੀਂ ਜਿਹੜਾ ਹੈ ਡਿਸਾਈਡ ਕਰਨਾ ਹੈ ਕਿ ਕਿਹੜਾ ਵਰਡ ਆਉਣਾ ਹੈ, ਫਿਰ ਉਹਨੂੰ ਫਿਲ ਕਰਕੇ ਮੈਚ ਕਰਕੇ ਦੇਖਣਾ ਕੋਈ ਸੈਂਸ ਬਣ ਰਹੀ ਹੈ। ਅਗਰ ਬਣ ਰਹੀ ਹੈ ਇਟ ਮੀਨਸ ਕਿ ਤੁਹਾਡਾ ਆਨਸਰ ਰਾਈਟ ਹੈ। ਸੋ ਇੱਥੇ ਸਾਨੂੰ ਫਿਲਅਪ ਦੇ ਵਿੱਚ ਕੀ ਕਿਹਾ ਸੀ ਐਨੀ ਡੈਸ਼ ਕਿ ਕੋਈ ਵੀ ਜਿਹੜੀ ਚੀਜ਼ ਚਾਹੀਦੀ ਆ ਇੰਪਲੋਈਜ਼ ਨੂੰ ਇੰਪਲੋਈਜ਼ ਟੂ ਵਰਕ ਸੇਫਲੀ ਵਰਕ ਕਰਨ ਦੇ ਲਈ ਉਹ ਸ਼ੁੱਡ ਬੀ ਫ੍ਰੀ ਕਿ ਫ੍ਰੀ ਹੋਣੀ ਚਾਹੀਦੀ ਆ। ਹੁਣ ਇੱਥੇ ਵੀ ਇਹਨਾਂ ਇਹੀ ਚੀਜ਼ ਲਿਖੀ ਆ, ਜਸਟ ਰੀਫਰੇਜ਼ ਕੀਤਾ ਹੈ ਟੂ ਬੀ ਗਿਵਨ ਐਨੀ ਪਰਸਨਲ ਪ੍ਰੋਟੈਕਟਿਵ ਐਂਡ ਸੇਫਟੀ ਇਕੁਇਪਮੈਂਟ ਵਿਦਾਊਟ ਬੀਂਗ ਚਾਰਜਡ ਫੋਰ ਇਟ। ਲਾਸਟ ਉਹੀ ਚੀਜ਼ ਲਿਖੀ ਆ, ਉੱਥੇ ਲਿਖਿਆ ਸ਼ੁੱਡ ਬੀ ਫ੍ਰੀ, ਇੱਥੇ ਲਿਖਿਆ ਵਿਦਾਊਟ ਬੀਂਗ ਚਾਰਜਡ ਫੋਰ ਇਟ। तो एनी क्या आएगा पर्सनल प्रोटेक्टिव एंड सेफ्टी। सो इत्थे इक्विपमेंट आएगा, पर्सनल प्रोटेक्टिव एंड सेफ्टी इत्थे मैंशन किया होया ऑलरेडी वर्क सेफली। सो इत्थे आएगा एनी इक्विपमेंट। सो साडे जो 16 ब्लैंक का आंसर मिला है इक्विपमेंट, EQUIPMENT। नाउ वी हैव टू मूव ऑन नेक्स्ट ब्लैंक, ब्लैंक नंबर 17। Employees may inform management of any dash they have relating to health and safety। कि ਜਿਹੜੇ employees ਨੇ may inform ਕਿ ਉਹ ਇਨਫੋਰਮ ਕਰ ਸਕਦੇ ਨੇ ਮੈਨੇਜਮੈਂਟ ਨੂੰ of any ਕਿਹਦੇ ਬਾਰੇ of any dash, ਇਹ ਅਸੀਂ ਫਾਈਂਡ ਕਰਨਾ ਹੁਣ ਕਿਹਦੇ ਬਾਰੇ। they have relating to health and safety, ਔਰ ਚੀਜ਼ ਕਿਹਦੇ ਨਾਲ ਰਿਲੇਟਡ ਹੈ their health and safety ਨਾਲ ਰਿਲੇਟਡ ਆ। ਸੋ ਇੱਥੇ ਅਸੀਂ ਫਾਈਂਡ ਕਰਦੇ ਹਾਂ ਹੁਣ ਲੋਕੇਸ਼ਨ 'ਤੇ ਪਹੁੰਚਦੇ ਹਾਂ ਅਤੇ ਦੇਖਦੇ ਹਾਂ ਸਾਡਾ ਆਨਸਰ ਕੀ ਹੋਣਾ ਚਾਹੀਦਾ ਹੈ। ਸੋ ਸਾਨੂੰ ਸਾਡਾ ਆਨਸਰ ਸੈਕਿੰਡ ਦੇ ਵਿੱਚ ਮਿਲਿਆ ਸੀ, ਸੈਕਿੰਡ 'ਚ ਇਕੁਇਪਮੈਂਟ ਮਿਲ ਗਿਆ ਸੀ। ਸੈਕਿੰਡ ਰਾਈਟ ਦੇ ਵਿੱਚ ਹੁਣ ਥਰਡ ਰਾਈਟ ਨੂੰ ਰੀਡ ਕਰਦੇ ਹਾਂ। ਟੂ ਸਟਾਪ ਵਰਕ ਐਂਡ ਲੀਵ ਯੂਅਰ ਵਰਕ ਏਰੀਆ ਵਿਦਾਊਟ ਬੀਂਗ ਡਿਸਿਪਲਨਡ ਇਫ ਯੂ ਹੈਵ ਰੀਜ਼ਨੇਬਲ ਕੰਸਰਨਸ ਅਬਾਊਟ ਯੂਅਰ ਸੇਫਟੀ। ਇਹਨਾਂ ਕਿਹਾ ਇਹਦੇ ਵਿੱਚ ਥਰਡ ਵਾਲੇ ਵਿੱਚ ਕਿ ਤੁਸੀਂ ਸਟਾਪ ਵਰਕ ਕਰਨ ਦੇ ਲਈ ਲੀਵ ਯੂਅਰ ਵਰਕ ਏਰੀਆ, ਅਗਰ ਆਪਣਾ ਵਰਕ ਏਰੀਆ ਛੱਡਣਾ ਹੈ ਵਿਦਾਊਟ ਬੀਂਗ ਡਿਸਿਪਲਨਡ ਕਿ ਬਿਨਾਂ ਡਿਸਿਪਲਨ ਤੋਂ ਨਹੀਂ ਛੱਡਣਾ। ਇਫ ਯੂ ਹੈਵ ਰੀਜ਼ਨੇਬਲ ਕੰਸਰਨਸ ਅਬਾਊਟ ਯੂਅਰ ਸੇਫਟੀ ਕਿ ਅਗਰ ਰੀਜ਼ਨੇਬਲ ਕੋਈ ਕੰਸਰਨ ਹੈਗਾ ਵਾ ਸੇਫਟੀ ਨਾਲ ਰਿਗਾਰਡਿੰਗ ਫਿਰ ਹੀ ਆਪਣਾ ਲੀਵ ਕਰਨਾ ਵਰਕ ਏਰੀਆ। ਇੱਥੇ ਕੀ ਹੈ ਇੰਪਲੋਈਜ਼ ਮੇ ਇਨਫੋਰਮ ਮੈਨੇਜਮੈਂਟ ਆਫ ਐਨੀ ਡੈਸ਼ ਦੇ ਹੈਵ ਰਿਲੇਟਿੰਗ ਟੂ ਹੈਲਥ ਐਂਡ ਸੇਫਟੀ। ਸੋ ਐਨੀ ਕੰਸਰਨਸ ਆਏਗਾ ਇੱਥੇ ਤੁਹਾਡਾ ਆਨਸਰ, ਕੰਸਰਨਸ ਯੂ ਹੈਵ। ਇੱਥੇ ਕੀ ਸੀ ਇੰਪਲੋਈਜ਼ ਮੇ ਇਨਫੋਰਮ ਮੈਨੇਜਮੈਂਟ ਆਫ ਐਨੀ ਡੈਸ਼ ਦੇ ਹੈਵ ਕਿ ਕੀ ਉਹਨਾਂ ਕੋਲ ਆ। ਇੱਥੇ ਲਿਖਿਆ ਸੀ ਟੂ ਸਟਾਪ ਵਰਕ ਐਂਡ ਲੀਵ ਯੂਅਰ ਵਰਕ ਏਰੀਆ ਵਿਦਾਊਟ ਬੀਂਗ ਇਫ ਯੂ ਹੈਵ ਉੱਥੇ ਵੀ ਕੀ ਜੇ ਤੁਹਾਡੇ ਕੋਲ ਹੋਣਗੇ, ਇੱਥੇ ਵੀ ਆ ਜੇ ਤੁਹਾਡੇ ਕੋਲ ਹੋਣਗੇ ਰੀਜ਼ਨੇਬਲ ਕੰਸਰਨਸ। ਸੋ ਆਨਸਰ ਹੈ ਇੱਥੇ ਕੰਸਰਨਸ, CONCERNS।
ਨੈਕਸਟ ਹੁਣ 18 ਬਲੈਂਕਸ ਦੇਖਦੇ ਹਾਂ। 18 ਬਲੈਂਕ ਕੀ ਹੋਣੀ ਚਾਹੀਦੀ ਆ? ਇੰਪਲੋਈਜ਼ ਆਰ ਇੰਟਾਈਟਲਡ ਟੂ ਸਮ ਡੈਸ਼ ਵਾਈਲ ਦੇ ਆਰ ਵਰਕਿੰਗ। ਕਹਿੰਦੇ ਆ ਇੰਪਲੋਈਜ਼ ਨੂੰ ਇੰਟਾਈਟਲਡ ਕੀ ਇਨਵੋਲਵ ਹੋਣਾ ਚਾਹੀਦਾ ਹੈ ਸਮ ਡੈਸ਼ ਵਾਈਲ ਦੇ ਆਰ ਵਰਕਿੰਗ। ਠੀਕ ਹੈ, ਇੰਟਾਈਟਲਡ ਕੀ ਹੋਣਾ ਚਾਹੀਦਾ ਉਹਨਾਂ ਨੂੰ ਵਾਈਲ ਦੇ ਵਰਕਿੰਗ, ਜਦੋਂ ਉਹ ਕੰਮ ਕਰ ਰਹੇ ਨੇ। ਸੋ ਲੋਕੇਸ਼ਨ 'ਤੇ ਜਾਂਦੇ ਹਾਂ। ਕੰਸਰਨਸ ਵਾਲੀ ਤੋਂ ਨੈਕਸਟ ਜਿਹੜਾ ਹੈ ਰਾਈਟ ਉਹ ਰੀਡ ਕਰਦੇ ਹਾਂ। ਨੋਟ ਟੂ ਬੀ ਡਿਸਿਪਲਨਡ ਇਫ ਯੂ ਕੰਟੈਕਟ ਦ ਹੈਲਥ ਐਂਡ ਸੇਫਟੀ ਐਗਜ਼ੀਕਿਊਟਿਵ ਔਰ ਯੂਰ ਲੋਕਲ ਅਥੋਰਟੀ ਇਫ ਯੂਰ ਇੰਪਲੋਇਰ ਵੁੱਡ ਨੋਟ ਲਿਸਨ ਟੂ ਯੂ। ਇਹਦੇ ਨਾਲ ਰਿਲੇਟਡ ਸਾਡਾ ਕੁਛ ਨਹੀਂ ਹੈਗਾ ਉੱਥੇ, ਇਹਨੂੰ ਛੱਡ ਦੇਣਾ ਹੈ। ਨੈਕਸਟ, ਟੂ ਹੈਵ ਬ੍ਰੇਕਸ ਡਿਊਰਿੰਗ ਦ ਟਾਈਮ ਯੂ ਆਰ ਐਟ ਵਰਕ। ਦੇਖੋ ਇੱਥੇ ਡਿਊਰਿੰਗ ਵੀ ਦੌਰਾਨ, ਕੰਮ ਦੇ ਦੌਰਾਨ। ਟੂ ਹੈਵ ਬ੍ਰੇਕਸ ਡਿਊਰਿੰਗ ਦਾ ਟਾਈਮ ਯੂ ਆਰ ਐਟ ਵਰਕ, ਕਿ ਤੁਹਾਨੂੰ ਬ੍ਰੇਕਸ ਮਿਲਣੀਆਂ ਚਾਹੀਦੀਆਂ ਨੇ ਡਿਊਰਿੰਗ ਦਾ ਟਾਈਮ, ਟਾਈਮ ਦੇ ਦੌਰਾਨ ਜਦੋਂ ਤੁਸੀਂ ਕੰਮ ਕਰ ਰਹੇ ਹੋ। ਇੱਥੇ ਵੀ ਲਿਖਿਆ ਹੈ ਇੰਪਲੋਈਜ਼ ਆਰ ਇੰਟਾਈਟਲਡ ਟੂ ਸਮ ਡੈਸ਼ ਵਾਈਲ ਦੇ ਆਰ ਵਰਕਿੰਗ। ਵਾਈਲ ਡਿਊਰਿੰਗ ਸੇਮ ਹੋ ਗਿਆ ਹੈ, ਦੇ ਆਰ ਵਰਕਿੰਗ, ਵਾਈਲ ਦੇ ਆਰ ਵਰਕਿੰਗ ਹੈ ਇੱਥੇ, ਔਰ ਇੱਥੇ ਕੀ ਹੈ ਡਿਊਰਿੰਗ ਦਾ ਵਰਕਿੰਗ, ਡਿਊਰਿੰਗ ਦਾ ਟਾਈਮ ਯੂ ਆਰ ਐਟ ਵਰਕ। ਸੋ ਇੱਥੇ ਸਾਡਾ ਆਨਸਰ ਆਏਗਾ breaks, some breaks while they are working. Employees are entitled to some breaks while they are working. ਇੱਥੇ ਲਿਖਿਆ ਹੈ breaks। ਇਹ ਦੇਖੋ ਸਟੂਡੈਂਟਸ, to have breaks during the time you are at work। ਉਮੀਦ ਕਰਦੇ ਹਾਂ ਸਟੂਡੈਂਟਸ ਕਿ ਸਾਨੂੰ ਸਮਝ ਆ ਰਹੀ ਹੋਏਗੀ, ਤੁਸੀਂ ਅੰਡਰਸਟੈਂਡ ਕਰ ਪਾ ਰਹੇ ਹੋ ਕਿ ਕਿਵੇਂ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਫਿਲਅਪਸ ਦੇ ਆਨਸਰਸ, ਕਿਵੇਂ ਅਸੀਂ ਲੋਕੇਸ਼ਨ 'ਤੇ ਜਾ ਰਹੇ ਹਾਂ, ਦੈਨ ਕੀਵਰਡਸ ਮੈਚ ਕਰ ਰਹੇ ਹਾਂ, ਦੇਖ ਰਹੇ ਹਾਂ ਕਿਹੜਾ ਸਿਨੋਨਮ ਚੂਜ਼ ਕੀਤਾ ਹੋਇਆ ਹੈ, ਕਿਵੇਂ ਆਨਸਰ 'ਤੇ ਅਸੀਂ ਪਹੁੰਚ ਰਹੇ ਹਾਂ। ਇਸ ਤਰ੍ਹਾਂ ਤੁਸੀਂ ਬਿਲਕੁਲ ਇਸ ਵੇ ਨਾ ਕਰੋਗੇ ਅਤੇ 100% ਤੁਹਾਡੇ ਰਾਈਟ ਆਨਸਰਸ ਹੋਣਗੇ ਫਿਲਅਪਸ 'ਤੇ। ਹੁਣ ਸਟੂਡੈਂਟਸ ਅਸੀਂ ਇੰਪਲੋਈ ਰਾਈਟਸ ਕਰ ਲਏ ਨੇ। ਹੁਣ ਨੈਕਸਟ ਨੇ ਇੰਪਲੋਈਜ਼ ਰਿਸਪੋਂਸੀਬਿਲਿਟੀਜ਼। ਹੁਣ ਇਸ ਇੰਪਲੋਈਜ਼ ਰਿਸਪੋਂਸੀਬਿਲਿਟੀਜ਼ ਜੋ ਨੇ ਉਹ ਨੈਕਸਟ ਸਟਾਰਟ ਹੋ ਰਹੀਆਂ ਨੇ। ਯੂਅਰ ਰਿਸਪੋਂਸੀਬਿਲਿਟੀਜ਼ ਇੱਥੇ ਲਿਖਿਆ ਹੈ। ਫਸਟ ਰਿਸਪੋਂਸੀਬਿਲਿਟੀ ਅਸੀਂ ਰੀਡ ਕਰ ਲੈਂਦੇ ਹਾਂ, ਪਰ ਇਹਦੇ ਵਿੱਚ ਕੋਈ ਸਾਡੀ ਬਲੈਂਕ ਨਹੀਂ ਹੈ। ਟੂ ਟੇਕ ਆਫ ਜਵੈਲਰੀ ਐਂਡ ਡਰੈਸ ਅਪਰੋਪ੍ਰੀਏਟਲੀ ਫॉर देयर पर्टिकुलर ਵਰਕ। ਕਹਿੰਦੇ ਕਿ ਟੂ ਟੇਕ ਆਫ ਜਵੈਲਰੀ ਅਤੇ ਆਪਣੀ ਡਰੈਸ ਜਿਹੜੀ ਆ ਇੱਕ ਟੇਕ ਆਫ ਜਵੈਲਰੀ ਕਿ ਜਵੈਲਰੀ ਨਹੀਂ ਪਹਿਨਣੀ, ਐਂਡ ਡਰੈਸ ਅਪਰੋਪ੍ਰੀਏਟਲੀ ਕਿ ਤੁਹਾਡੀ ਡਰੈਸ ਜਿਹੜੀ ਆ ਪ੍ਰੋਪਰ ਹੋਣੀ ਚਾਹੀਦੀ ਆ ਫॉर देयर पर्टिकुलर ਵਰਕ, ਇੱਕ ਪਰਟੀਕੂਲਰ ਵਰਕ ਦੇ ਲਈ। ਟੂ ਅਵੋਇਡ ਪੁੱਟਿੰਗ ਕਲੀਗਸ ਐਂਡ ਅਦਰਸ ਐਟ। ਕਹਿੰਦੇ ਅਵੋਇਡ ਕਰਨਾ ਕਿ ਨਹੀਂ ਰੁਕਣਾ ਚਾਹੀਦਾ ਉਸ ਚੀਜ਼ ਤੋਂ। ਪੁੱਟਿੰਗ ਕਲੀਗਸ ਐਂਡ ਅਦਰਸ ਐਟ ਡੈਸ਼। ਹੁਣ ਇਹਦੀ ਅਸੀਂ ਲੋਕੇਸ਼ਨ ਫਾਈਂਡ ਕਰਨੀ ਹੈ ਕਿ ਕਿਸ ਚੀਜ਼ ਤੋਂ ਅਵੋਇਡ ਕਰਨਾ ਚਾਹੀਦਾ ਹੈ। ਦੇਖੋ ਜਵੈਲਰੀ ਵਾਲਾ ਸਾਨੂੰ ਉੱਪਰ ਪੁਆਇੰਟ ਮਿਲਿਆ ਸੀ, ਇਹਦਾ ਮਤਲਬ ਕਿ ਸਾਨੂੰ ਇੱਥੇ ਟੂ ਰਿਮੂਵ ਜਵੈਲਰੀ ਸੈਕਿੰਡ ਲਾਈਨ ਦੇ ਵਿੱਚ ਮਿਲਿਆ ਹੈ ਇੱਥੇ ਸਾਨੂੰ। ਇਹ ਦੇਖੋ ਸਟੂਡੈਂਟਸ ਜਵੈਲਰੀ। ਹੁਣ ਕੀ ਆ ਕਿ ਅਸੀਂ ਜਵੈਲਰੀ ਵਾਲੇ ਪੁਆਇੰਟ ਤੋਂ ਨੈਕਸਟ ਪੁਆਇੰਟ ਤੋਂ ਰੀਡ ਕਰਨਾ ਸਟਾਰਟ ਕਰਨਾ ਹੈ। ਇਫ ਯੂ ਹੈਵ ਲੌਂਗ ਹੇਅਰ ਔਰ ਵੀਅਰ ਆ ਹੈਂਡ ਸਕਾਰਫ ਮੇਕ ਸ਼ੋਰ ਇਟ ਇਜ਼ ਟਕਡ ਆਊਟ ਆਫ ਦਾ ਵੇ। ਇਹਦੇ ਵਿੱਚ ਵੀ ਸਾਡੀ ਕੋਈ ਲੋਕੇਸ਼ਨ ਨਹੀਂ ਆ, ਇਹ ਵੀ ਜਸਟ ਜਵੈਲਰੀ ਵਾਲੇ ਕਲੋਥਿੰਗ ਨਾਲ ਰਿਲੇਟਡ ਹੀ ਆ ਪੁਆਇੰਟ। ਨੈਕਸਟ ਜਾਂਦੇ ਹਾਂ। ਟੂ ਟੇਕ ਰੀਜ਼ਨੇਬਲ ਕੇਅਰ ਨੋਟ ਟੂ ਐਕਸਪੋਜ਼ ਫੈਲੋ ਇੰਪਲੋਈਜ਼। ਫੈਲੋ ਇੰਪਲੋਈਜ਼ ਕਲੀਗਸ ਆ ਗਿਆ। ਦੇਖੋ ਕਲੀਗਸ ਨੂੰ ਇੱਥੇ ਕੀ ਕਿਹਾ ਹੈ? ਫੈਲੋ ਇੰਪਲੋਈਜ਼ ਐਂਡ ਮੈਂਬਰਸ ਆਫ ਦਾ ਪਬਲਿਕ ਟੂ ਰਿਸਕ। ਸਾਡਾ ਆਨਸਰ ਹੈ ਸਟੂਡੈਂਟ ਰਿਸਕ। ਬਾਈ ਵਟ ਯੂ ਡੂ ਔਰ ਡੋਂਟ ਡੂ ਇਨ ਦਾ ਕੋਰਸ ਆਫ ਯੂਅਰ ਵਰਕ। ਕੀ ਰੀਜ਼ਨੇਬਲ ਕੇਅਰ ਕਰਨੀ ਆ ਅਤੇ ਕੋਸ਼ਿਸ਼ ਕਰਨੀ ਆ ਟੂ ਐਕਸਪੋਜ਼ ਫੈਲੋ ਇੰਪਲੋਈਜ਼ ਐਂਡ ਮੈਂਬਰਸ ਆਫ ਦਾ ਪਬਲਿਕ ਟੂ ਰਿਸਕ ਬਾਏ ਵਟ ਯੂ ਡੂ ਔਰ ਡੋਂਟ ਡੂ ਇਨ ਦਾ ਕੋਰਸ ਆਫ ਯੂਅਰ ਵਰਕ। ਸੋ ਸਾਡਾ ਆਨਸਰ ਹੈ ਇੱਥੇ ਰਿਸਕ। ਕਿ ਟੂ ਅਵੋਇਡ ਪੁੱਟਿੰਗ, ਅਵੋਇਡ ਕਰਨਾ, ਪੁੱਟਿੰਗ ਕਰਨਾ ਮਤਲਬ ਕਿਸੇ ਨੂੰ ਰਿਸਕ 'ਚ ਜਾਣ ਤੋਂ ਰੋਕਣਾ ਵਾ, ਰਿਸਕ ਵਿੱਚ ਨਹੀਂ ਪਾਉਣਾ ਕਿਸੇ ਨੂੰ ਅਸੀਂ ਕੋਈ ਵੀ ਆਪਣੇ ਫੈਲੋ ਕਲੀਗਸ। ਉੱਥੇ ਲਿਖਿਆ ਹੈ ਫੈਲੋ ਮੈਂਬਰਸ, ਫੈਲੋ ਇੰਪਲੋਈਜ਼ ਐਂਡ ਮੈਂਬਰਸ। ਇੱਥੇ ਕੀ ਲਿਖਤਾ? ਮੈਂਬਰਸ ਨੂੰ ਕਲੀਗਸ ਲਿਖਤਾ ਹੈ। ਸੋ ਨੈਕਸਟ ਹੁਣ 20th ਫਿਲਅਪ ਦਾ ਆਨਸਰ ਦੇਖਦੇ ਹਾਂ ਕੀ ਹੋਣਾ ਚਾਹੀਦਾ ਹੈ। ਟੂ ਡੂ ਐਨੀ ਡੈਸ਼ ਡੈਟ ਦਾ ਇੰਪਲੋਇਰ ਆਫਰਸ। ਟੂ ਡੂ ਕੀ ਕਰਨਾ ਹੈ? ਟੂ ਡੂ ਐਨੀ ਕੀ ਕੁਛ ਵੀ ਡੈਸ਼ ਦਾ ਇੰਪਲੋਇਰ ਆਫਰਸ, ਜੋ ਇੰਪਲੋਇਰ ਜਿਹੜਾ ਹੈ ਆਫਰ ਕਰਦਾ ਹੈ। ਦੇਖੋ ਸਾਨੂੰ ਹੁਣ ਇੱਥੇ ਮਿਲੀ ਸੀ ਸਾਡੀ ਲੋਕੇਸ਼ਨ ਰਿਸਕ ਵਾਲੀ, ਫੋਰਥ ਪੁਆਇੰਟ ਰਿਸਪੋਂਸੀਬਿਲਿਟੀ ਦੇ ਫੋਰਥ ਪੁਆਇੰਟ ਵਿੱਚ। ਨੈਕਸਟ ਹੁਣ 5 ਪੁਆਇੰਟਸ ਅਸੀਂ ਰੀਡ ਕਰਦੇ ਹਾਂ। ਟੂ ਕੋਆਪਰੇਟ ਵਿਦ ਯੂਅਰ ਇੰਪਲੋਇਰ। ਕਹਿੰਦੇ ਆ ਕੋਆਪਰੇਟ ਕਰਨਾ ਹੈ ਇੰਪਲੋਇਰ ਦੇ ਨਾਲ। ਮੇਕਿੰਗ ਸ਼ੋਰ ਯੂ ਕੰਪਲੀਟ ਦਾ ਟ੍ਰੇਨਿੰਗ ਡੈਟ ਇਜ਼ ਪ੍ਰੋਵਾਈਡਡ। ਮੇਕ ਸ਼ੋਰ ਕਹਿੰਦੇ ਕਰੋ ਕਿ ਜਿਹੜੀ ਤੁਸੀਂ ਕੰਪਲੀਟ ਕਰੋ ਟ੍ਰੇਨਿੰਗ
that is provided, ਜਿਹੜੀ ਤੁਹਾਨੂੰ ਮਿਲ ਰਹੀ ਆ, and that you understand and follow the company's health and safety policies, ਤੇ ਤੁਸੀਂ ਅੰਡਰ ਸਮਝੋ ਤੇ ਫੋਲੋ ਕਰੋ ਕੰਪਨੀਜ਼ ਦੀਆਂ ਹੈਲਥ ਐਂਡ ਸੇਫਟੀ ਪੋਲਿਸੀਜ਼ ਨੂੰ ਵੀ। ਸੋ ਇੱਥੇ ਸਾਡਾ ਆਨਸਰ ਜੋ ਆ, ਸਾਡਾ ਆਨਸਰ ਹੈ ਟ੍ਰੇਨਿੰਗ, ਕੰਪਲੀਟ ਦਾ ਟ੍ਰੇਨਿੰਗ। ਇੱਥੇ ਕੀ ਹੈ, ਟੂ ਡੂ ਐਨੀ ਟ੍ਰੇਨਿੰਗ ਡੈਟ ਦਾ ਇੰਪਲੋਏ ਆਫਰਸ, ਇੱਥੇ ਆਫਰਸ ਲਿਖਿਆ ਹੈ, ਇੱਥੇ ਕੀ ਸੀ, ਪ੍ਰੋਵਾਈਡ, ਡੈਟ ਇਜ਼ ਪ੍ਰੋਵਾਈਡਡ, ਠੀਕ ਹੈ। ਮੇਕ ਸ਼ੋਰ ਯੂ ਕੰਪਲੀਟ, ਇੱਥੇ ਕੰਪਲੀਟ ਆ, ਉੱਥੇ ਫਿਲਅਪ ਦੇ ਵਿੱਚ ਸੀ ਡੂ, ਟੂ ਡੂ ਐਨੀ ਟ੍ਰੇਨਿੰਗ ਡੈਟ ਦਾ ਇੰਪਲੋਇਰ ਆਫਰਸ। ਸਟੂਡੈਂਟਸ ਬੜਾ ਹੀ ਕਲੀਅਰਲੀ ਤੁਹਾਨੂੰ ਮੈਂ ਐਕਸਪਲੇਨ ਕਰ ਰਹੀ ਹਾਂ ਕਿ ਕਿਵੇਂ ਆਨਸਰ ਦੇ ਵਿੱਚ ਕਿਸ ਚੀਜ਼ ਨੂੰ, ਸਟੇਟਮੈਂਟ ਦੇ ਵਿੱਚ ਕੀ ਲਿਖਿਆ ਹੈ, ਜਿਵੇਂ ਇੱਥੇ ਡੂ ਲਿਖਿਆ ਹੈ, ਦੈਨ ਉੱਥੇ ਕੀ ਲਿਖਿਆ, ਕੰਪਲੀਟ ਲਿਖਿਆ ਹੈ, ਇੱਥੇ ਆਫਰਸ ਲਿਖਿਆ ਹੈ, ਉੱਥੇ ਕੀ ਲਿਖਿਆ ਹੈ ਪੈਰਾਗ੍ਰਾਫ ਦੇ ਵਿੱਚ, ਪ੍ਰੋਵਾਈਡਡ ਲਿਖਿਆ ਹੈ। ਇਹ ਅਗਰ ਤੁਸੀਂ ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਥਿੰਗਸ ਜਿਹੜੀਆਂ ਮੈਚ ਕਰੋਗੇ ਤਾਂ ਤੁਸੀਂ ਡੈਫੀਨੇਟਲੀ ਜਿਹੜਾ ਹੈ ਤੁਸੀਂ ਰਾਈਟ ਆਨਸਰ 'ਤੇ ਪਹੁੰਚ ਸਕਦੇ ਹੋ। So now we have to move on next fill up number 21, to inform the employer of any dash received while working, ਕਹਿੰਦੇ ਇਨਫੋਰਮ ਕਰੋ ਇੰਪਲੋਇਰ ਨੂੰ ਆਫ ਐਨੀ, ਕਿਸ ਚੀਜ਼ ਬਾਰੇ, ਰਿਸੀਵਡ ਵਾਈਲ ਵਰਕਿੰਗ, ਜੋ ਤੁਸੀਂ ਮਤਲਬ ਕਿ ਰਿਸੀਵ ਕਰ ਰਹੇ ਹੋ ਵਾਈਲ ਵਰਕਿੰਗ, ਰਿਸੀਵ ਕਰਨਾ, ਫੇਸ ਕਰਨਾ, ਠੀਕ ਹੈ। ਹੁਣ ਅਸੀਂ ਲੋਕੇਸ਼ਨ 'ਤੇ ਜਾਂਦੇ ਹਾਂ, ਸਾਨੂੰ ਇੱਥੇ ਟ੍ਰੇਨਿੰਗ ਵਾਲਾ ਪੁਆਇੰਟ ਮਿਲਿਆ ਸੀ, 5th ਨੰਬਰ ਪੁਆਇੰਟ। ਇਸ ਤੋਂ ਨੈਕਸਟ ਪੁਆਇੰਟ ਅਸੀਂ ਰੀਡ ਕਰਦੇ ਹਾਂ, ਲਾਸਟ ਸੈਕਿੰਡ ਪੁਆਇੰਟ, ਨੋਟ ਟੂ ਇੰਟਰਫੇਅਰ ਵਿਦ ਔਰ ਮਿਸਯੂਜ਼ ਐਨੀਥਿੰਗ ਡੈਟ ਇਜ਼ ਬੀਨ ਪ੍ਰੋਵਾਈਡਡ ਫॉर ਯੂਰ ਹੈਲਥ ਸੇਫਟੀ ਔਰ ਵੈਲਫੇਅਰ, ਕਹਿੰਦੇ ਕਿਸੇ ਵੀ ਚੀਜ਼ ਨੂੰ ਮਤਲਬ ਕੀ ਆ, ਜੋ ਵੀ ਤੁਹਾਡੀ ਹੈਲਥ ਨਾਲ ਰਿਲੇਟਡ, ਸੇਫਟੀ ਨਾਲ ਰਿਲੇਟਡ ਮਿਲ ਰਹੀ ਆ, ਠੀਕ ਹੈ, ਉਹਦਾ ਮਿਸਯੂਜ਼ ਨਹੀਂ ਕਰਨਾ। ਨੈਕਸਟ ਇਸ ਪੁਆਇੰਟ ਵਿੱਚ ਸਾਡੀ ਲੋਕੇਸ਼ਨ ਨਹੀਂ ਹੈ, ਅਸੀਂ ਨੈਕਸਟ ਪੁਆਇੰਟਸ ਮੂਵ ਔਨ ਕਰਦੇ ਹਾਂ। ਟੂ ਰਿਪੋਰਟ ਐਨੀ ਇੰਜਰੀਜ਼, ਦੇਖੋ ਸਟੂਡੈਂਟਸ ਇੱਥੇ ਐਨੀ ਲੱਗਾ ਹੋਇਆ 21 ਬਲੈਂਕ ਤੋਂ ਪਹਿਲਾਂ ਵੀ, ਇੱਥੇ ਵੀ ਐਨੀ ਲੱਗਾ ਹੋਇਆ ਹੈ ਲਾਸਟ ਪੁਆਇੰਟ ਦੇ ਵਿੱਚ ਵੀ। ਟੂ ਰਿਪੋਰਟ ਐਨੀ ਇੰਜਰੀਜ਼ ਯੂ ਸਫਰ ਐਜ਼ ਅ ਰਿਜ਼ਲਟ ਆਫ ਡੂਇੰਗ ਯੂਰ ਜੋਬ, ਯੂਰ ਇੰਪਲੋਇਰ ਮੇ ਦੈਨ ਨੀਡ ਟੂ ਚੇਂਜ ਦਾ ਵੇ ਯੂ ਵਰਕ, ਕਹਿੰਦੇ ਨੇ ਰਿਪੋਰਟ ਕਰੋ, ਉਸੇ ਟਾਈਮ ਦੱਸੋ ਆਪਣੇ, ਅਗਰ ਤੁਹਾਨੂੰ ਕੋਈ ਇੰਜਰੀ, ਤੁਸੀਂ ਕਿਸੇ ਇੰਜਰੀ ਤੋਂ ਸਫਰ ਕਰ ਰਹੇ ਹੋ, ਠੀਕ ਹੈ, ਜੋਬ ਦੇ ਦੌਰਾਨ, ਦੈਨ ਤੁਸੀਂ ਆਪਣੇ ਇੰਪਲੋਇਰ ਨੂੰ ਦੱਸੋ, ਉਹ ਕੀ ਕਰੇਗਾ, ਤੁਹਾਡੀ ਨੀਡ ਦੇ ਅਕੋਰਡਿੰਗ ਤੁਹਾਡਾ ਕੰਮ ਕਰਨ ਦਾ ਵੇ ਜਿਹੜਾ ਚੇਂਜ ਕਰ ਦੇਗਾ। ਸੋ ਇਸ ਅਕੋਰਡਿੰਗ ਇੱਥੇ ਕੀ ਆਉਣਾ ਹੈ, ਟੂ ਇਨਫੋਰਮ ਦਾ ਇੰਪਲੋਇਰ, ਇੱਥੇ ਟੂ ਇਨਫੋਰਮ ਦਾ ਇੰਪਲੋਇਰ ਆ, ਇੱਥੇ ਕੀ ਟੂ ਰਿਪੋਰਟ, ਟੂ ਇਨਫੋਰਮ ਟੂ ਰਿਪੋਰਟ ਸੇਮ ਚੀਜ਼ ਆ, ਇਨਫੋਰਮ ਕਰਨਾ, ਰਿਪੋਰਟ ਕਰਨਾ ਇੱਕ ਹੀ ਗੱਲ ਆ। ਐਨੀ ਇੰਜਰੀਜ਼, ਤੁਹਾਡਾ ਇੱਥੇ ਆਨਸਰ ਹੈ ਇੰਜਰੀਜ਼। ਰਿਸੀਵਡ ਵਾਈਲ ਵਰਕਿੰਗ, ਇੱਥੇ ਰਿਸੀਵਡ ਵਾਈਲ ਵਰਕਿੰਗ ਲਿਖਿਆ ਸੀ, ਇੱਥੇ ਕੀ ਲਿਖਿਆ ਹੈ, ਐਜ਼ ਅ ਰਿਜ਼ਲਟ ਆਫ ਡੂਇੰਗ ਯੂਰ ਜੋਬ। ਸੋ ਇੱਥੇ ਲਿਖਿਆ ਹੈ ਡੂਇੰਗ ਯੂਰ ਜੋਬ, ਉੱਥੇ ਲਿਖਿਆ ਸੀ ਵਾਈਲ ਵਰਕਿੰਗ। ਨੈਕਸਟ ਉੱਪਰ ਵੀ ਸਟੂਡੈਂਟਸ ਵਾਈਲ ਆਇਆ ਸੀ ਅਤੇ ਡੂਇੰਗ ਨਾ ਆਇਆ ਸੀ, ਸਾਡਾ ਉੱਪਰ ਵੀ 18 ਬਲੈਂਕਸ ਦੇ ਵਿੱਚ ਵੀ ਇਹੀ ਸੀ, ਉੱਥੇ ਵਾਈਲ ਲਿਖਿਆ ਹੈ, ਉੱਥੇ ਡੂਇੰਗ, ਸੇਮ ਐਜ਼ ਇੱਥੇ ਵੀ ਇਹ ਚੀਜ਼ ਹੋਈ ਆ। ਨੈਕਸਟ ਐਂਡ ਲਾਸਟ ਬਲੈਂਕ, ਨਾਓ ਵੀ ਹੈਵ ਟੂ ਸੋਲਵ, to make sure the employer knows of any dash you are taking that might affect performance, ਕਹਿੰਦੇ ਆ ਟੂ ਮੇਕ ਸ਼ੋਰ, ਇਹ ਪੱਕਾ ਕਰੋ, ਦਾ ਇੰਪਲੋਇਰ ਨੋਜ਼, ਕਿ ਇੰਪਲੋਇਰ ਜਾਣਦਾ ਹੋਵੇ, ਆਫ ਐਨੀ ਡੈਸ਼, ਕੀ ਚੀਜ਼ ਬਾਰੇ, ਹੁਣ ਇਹ ਅਸੀਂ ਫਾਈਂਡ ਕਰਨਾ ਹੈ। ਯੂ ਆਰ ਟੇਕਿੰਗ ਦਾ ਮਾਈਟ ਅਫੈਕਟ ਪਰਫੋਰਮੈਂਸ, ਜਿਹੜੀ ਤੁਹਾਡੀ ਪਰਫੋਰਮੈਂਸ ਨੂੰ ਇਫੈਕਟ ਕਰ ਰਿਹਾ ਹੈ, ਉਹ ਚੀਜ਼ ਨੂੰ ਮਤਲਬ ਕਿ ਇੰਪਲੋਇਰ ਜਿਹੜਾ ਵਾ ਉਹ ਜਾਣਦਾ ਹੋਏ। ਸੋ ਇਹਦੇ ਲਈ ਅਸੀਂ ਮਤਲਬ ਕਿ ਸਾਨੂੰ ਜੋ ਆ ਇੰਜਰੀਜ਼ ਮਿਲਿਆ ਸੀ ਲਾਸਟ ਪੁਆਇੰਟ, ਰਿਸਪੋਂਸੀਬਿਲਿਟੀਜ਼ ਦੇ ਲਾਸਟ ਪੁਆਇੰਟ ਵਿੱਚ। ਇਸ ਤੋਂ ਨੈਕਸਟ ਅਸੀਂ ਰੀਡ ਕਰਨਾ ਹੈ ਲਾਸਟ 3 ਲਾਈਨਸ ਜੋ ਸਾਡੇ ਆਰਟੀਕਲ ਦੀਆਂ ਨੇ। ਇਫ ਯੂ ਡਰਾਈਵ ਔਰ ਓਪਰੇਟ ਮਸ਼ੀਨਰੀ ਯੂ ਹੈਵ ਰਿਸਪੋਂਸੀਬਿਲਿਟੀ ਟੂ ਟੈਲ ਯੂਅਰ ਇੰਪਲੋਇਰ, ਕਹਿੰਦੇ ਅਗਰ ਤੁਸੀਂ ਡਰਾਈਵ ਕਰ ਰਹੇ ਹੋ ਕੋਈ ਮਸ਼ੀਨਰੀ ਜਾਂ ਓਪਰੇਟ ਕਰ ਰਹੇ ਹੋ, ਦੈਨ ਇਹ ਤੁਹਾਡੀ ਰਿਸਪੋਂਸੀਬਿਲਿਟੀ ਬਣਦੀ ਆ, ਤੁਹਾਡੀ ਜ਼ਿੰਮੇਵਾਰੀ ਤੇ ਡਿਊਟੀ ਆ ਕਿ ਤੁਸੀਂ ਆਪਣੇ ਇੰਪਲੋਇਰ ਨੂੰ ਦੱਸੋ। ਇਫ ਯੂ ਟੇਕ ਮੈਡੀਕੇਸ਼ਨ ਡੈਟ ਮੇਕਸ ਯੂ ਫੀਲ ਸਲੀਪੀ, ਅਗਰ ਤੁਸੀਂ ਮੈਡੀਕੇਸ਼ਨ ਕੋਈ ਲੈ ਰਹੇ ਹੋ ਅਤੇ ਜਿਹਦੇ ਨਾਲ ਤੁਹਾਨੂੰ ਨੀਂਦ ਆ ਰਹੀ ਹੈ, ਅਤੇ ਤੁਸੀਂ ਉਸ ਚੀਜ਼ ਬਾਰੇ ਕਿਹਨੂੰ ਦੱਸਣਾ ਹੈ, ਆਪਣੇ ਇੰਪਲੋਇਰ ਨੂੰ ਦੱਸਣਾ ਹੈ। ਇੱਥੇ ਕੀ ਸੀ, ਟੂ ਮੇਕ ਸ਼ੋਰ, ਉਹੀ ਕਿ ਦੱਸੋ ਪੱਕੀ ਤਰ੍ਹਾਂ ਇਸ ਚੀਜ਼ 'ਤੇ ਮਤਲਬ ਧਿਆਨ ਦੇਣਾ। ਦ ਇੰਪਲੋਇਰ ਨੋਜ਼ ਆਫ ਐਨੀ, ਇੱਥੇ ਐਨੀ ਲੱਗਾ ਹੈ, ਇੱਥੇ ਕੀ ਆਏਗਾ, ਐਨੀ ਮੈਡੀਕੇਸ਼ਨ, ਐਨੀ ਮੈਡੀਕੇਸ਼ਨ ਯੂ ਆਰ ਟੇਕਿੰਗ,
यू आर टेकिंग सी इत्थे की आ इफ़ यू टेक। देखो स्टूडेंट जस्ट पैराफ्रेजिंग की और कुछ नहीं आ। इंप्लॉयर इफ़ यू टेक इत्थे लिखा है, इत्थे की लिखा है यू आर टेकिंग। तो की लेंदे पे हो, मतलब मैडिकेशन आ गया, कोई मैडिसिन तुसीं लै रहे हो, कोई दवाई लै रहे हो, ठीक है, वो चीज़ इत्थे आना है। डैट माइट अफैक्ट यूअर परफॉर्मेंस, ਜਿਹੜੀ ਤੁਹਾਡੀ परफॉर्मेंस ਨੂੰ इफेक्ट कर सकती है, ठीक है। इत्थे भी यही लिखा है, उत्थे इफैक्ट कर रही है, इत्थे लिखा है मेक यू फील स्लीपी, स्लीप नींद आउण लग जाना, परफॉर्मेंस इफैक्ट ही होनी है उस चीज़ नाल, फिर वो चीज़ मैंशन की। स्टूडेंट जस्ट बहुत ही सौखा है, सौखियां ने, मतलब कि बहुत ईजी आ ये फिलअप सॉल्व करना। जस्ट थोड़ा जिहा तुसीं कंसनट्रेशन बना के रखनी आ। दूजा की करना है, सैकेंड की आ कि तुसीं अपने पूरे दिमाग दे नाल माइंड दे विच बिठानी है पहला गल कि तुसीं फाइंड की करना है। अगर तुसीं पहलां ही मतलब कि लोकेशन तो पहुँचण तो पहलां ही अपने माइंड दे विच डिस्कस कर लेंदे हो अपने आप नाल कि इत्थे की आ सकदा है, किवें दा वर्ड असीं फाइंड आउट करना है, दैन तुहानूं बड़ियां ही जल्दी विदाउट वेस्टेज ऑफ टाइम जो आ तुसीं फिलअप से आंसर फाइंड कर सकते हो। सो इत्थे मैं तुहानूं यही कहना चाहांगी कि तुसीं अगर तुहानूं एक बार रीड करन ते फिलअप दा आंसर नहीं समझ आई फिलअप दी कि इहदी डिमांड की आंसर दी, तुसीं अगेन रीड करो। ਇੱਥੇ ਜਿਹੜੇ ਅਸੀਂ ਅਗਰ ਤੁਸੀਂ ਸਟੇਟਮੈਂਟ ਪੜ੍ਹਨ ਦੇ ਵਿੱਚ ਜਿਹੜਾ ਟਾਈਮ ਵੇਸਟ ਕਰਦੇ ਹੋ ਉਹ ਤੁਹਾਡਾ ਫਿਰ ਟਾਈਮ ਨਹੀਂ ਜਾਂਦਾ, ਉਹ ਜਿਹੜਾ ਹੈ ਤੁਹਾਡਾ ਵਿਅਰਥ ਨਹੀਂ ਜਾਂਦਾ, ਉਸ ਚੀਜ਼ ਨਾਲ ਤੁਹਾਨੂੰ ਬੈਨੀਫਿਟ ਹੀ ਹੋਏਗਾ, ਤੁਸੀਂ ਜਲਦੀ ਆਨਸਰ ਫਾਈਂਡ ਕਰ ਸਕੋਗੇ। ਪਰ ਅਗਰ ਤੁਸੀਂ ਇਹ ਚੀਜ਼ ਨੂੰ ਜਲਦੀ ਕਰੋਗੇ ਕਿ ਹਾਂ ਮੈਂ ਫਟਾਫਟ ਪੜ੍ਹ ਲਾਂ ਇਸ ਚੀਜ਼ ਨੂੰ, ਉਸ ਤੋਂ ਬਾਅਦ ਮੈਂ ਜਲਦੀ ਲੋਕੇਸ਼ਨ 'ਤੇ ਚੱਲ ਜਾ, ਨਾ ਤੁਹਾਨੂੰ ਸਮਝ ਆਉਣੀ ਹੈ ਕਿ ਪਿੱਛੇ ਬਲੈਂਕ ਦੇ ਵਿੱਚ ਕੀ ਕਿਹਾ ਸੀ, ਅਤੇ ਨਾ ਹੀ ਤੁਹਾਨੂੰ ਸਮਝ ਆਉਣੀ ਹੈ ਕਿ ਇੱਥੇ ਮੈਂ ਫਾਈਂਡ ਕੀ ਕਰਨਾ ਹੈ। ਸੋ ਇਸ ਚੀਜ਼ ਲਈ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਐਗਜ਼ਾਮ ਦੇ ਵਿੱਚ ਸਾਰੀਆਂ ਫਿਲਅਪਸ ਕਰੈਕਟ ਹੋਣ, ਕਿਉਂਕਿ ਜਿਹੜੀਆਂ ਫਿਲਅਪਸ ਹੈ ਇਹਨਾਂ ਤੋਂ ਸਾਨੂੰ ਬੜੀ ਈਜ਼ਲੀ ਤਰੀਕੇ ਨਾਲ ਜਿਹੜੇ ਆ ਬੜੀ ਆਸਾਨੀ ਨਾਲ ਨੰਬਰ ਇੱਕ ਹਿਸਾਬ ਦੇ ਫਰੀ 'ਚ ਹੀ ਮਿਲ ਜਾਂਦੇ ਆ। ਸੋ ਇਸ ਚੀਜ਼ ਲਈ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਫਿਲਅਪਸ ਅਸੀਂ ਕੋਸ਼ਿਸ਼ ਕਰਨੀ ਕਿ ਸਾਡੀ ਇੱਕ ਵੀ ਫਿਲਿੰਗ ਦੀ ਬਲੈਂਕ ਦਾ ਆਨਸਰ ਜਿਹੜਾ ਹੈ ਗਲਤ ਨਾ ਹੋਏ। ਫਿਰ ਤੁਹਾਨੂੰ ਮੈਂ ਅਗੇਨ ਦੱਸ ਰਹੀ ਹਾਂ ਕਿ 15 ਤੋਂ 20 ਫਿਲਅਪਸ ਆ ਰਹੀਆਂ ਨੇ। ਸੋ ਤੁਸੀਂ ਆਪਣਾ ਪਹਿਲਾਂ ਟਾਰਗੇਟ ਰੱਖੋ ਕਿ ਤੁਸੀਂ ਫਿਲਅਪਸ ਦੇ ਵਿੱਚ ਜਿਹੜੇ ਆ ਉਹ ਮਾਸਟਰ ਬਣਨਾ ਹੈ, ਕਿ ਅਗਰ ਤੁਸੀਂ ਫਿਲਅਪਸ ਈਜ਼ਲੀ ਕਰ ਸਕੋਗੇ ਤਾਂ ਤੁਹਾਡਾ ਇੱਕ ਤਾਂ ਐਗਜ਼ਾਮ ਵਿੱਚ ਟਾਈਮ ਵੀ ਸੇਵ ਹੋਏਗਾ ਤੁਹਾਡਾ, ਦੂਜਾ ਕੀ ਆ ਕਿ ਤੁਹਾਨੂੰ ਸ਼ਿਓਰਟੀ ਵੀ ਹੋਏਗੀ, ਤੁਹਾਨੂੰ ਐਗਜ਼ਾਮ ਦੇ ਵਿੱਚ ਆਪਣੇ ਆਪ ਨੂੰ ਹੀ ਕੌਨਫੀਡੈਂਸ 'ਚ ਰਹਿਣਾ ਹੈ ਕਿ ਹਾਂ ਮੇਰੀਆਂ ਤਾਂ ਫਿਲਅਪ ਸਹੀ ਹੋ ਗਈਆਂ, ਇਟ ਮੀਨਸ ਕਿ ਮੈਂ ਠੀਕ ਜਾ ਰਿਹਾ। ਸੋ ਇਸ ਲਈ ਇਸ ਚੀਜ਼ ਨੂੰ ਫੋਲੋ ਕਰੋ, ਅਤੇ ਅਗਰ ਤੁਹਾਨੂੰ ਮੇਰੀਆਂ ਵੀਡੀਓਜ਼ ਜਿਹੜੀਆਂ ਨੇ ਪਸੰਦ ਆ ਰਹੀਆਂ ਨੇ, ਇਨਫੋਰਮੇਸ਼ਨਲ ਆ ਤੁਹਾਡੇ ਲਈ, ਬੈਨੀਫੀਸ਼ੀਅਲ ਆ ਤੁਹਾਡੇ ਲਈ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਆਪਣੇ ਫਰੈਂਡਸ ਨਾਲ ਰਿਲੇਟਿਵਸ ਨਾਲ ਵੀ ਸੈਂਡ ਕਰੋ, ਇਸ ਚੈਨਲ ਨੂੰ ਸ਼ੇਅਰ ਕਰੋ। ਅਤੇ ਬਾਕੀ ਹੋਰ ਜੋ ਤੁਹਾਡੀ ਡਿਮਾਂਡ ਹੈ, ਤੁਸੀਂ ਚਾਹੁੰਦੇ ਹੋ ਕਿ ਇਸ ਟੋਪਿਕ 'ਤੇ ਵੀਡੀਓ ਬਣਾਈ ਜਾਵੇ, ਤਾਂ ਉਹ ਵੀ ਕਮੈਂਟ ਦੇ ਵਿੱਚ ਜ਼ਰੂਰ ਮੈਨਸ਼ਨ ਕਰੋ, ਅਸੀਂ ਉਸ ਟੋਪਿਕ ਦੇ ਉੱਤੇ ਵੀ ਵੀਡੀਓ ਬਣਾਵਾਂਗੇ। ਸੋ ਥੈਂਕਸ ਗਾਈਜ਼, ਹੈਵ ਅ ਨਾਈਸ ਡੇ, ਥੈਂਕਸ ਫॉर ਵਾਚਿੰਗ ਮਾਈ ਵੀਡੀਓਜ਼।